ਜੋ ਤੁਹਾਡੀ ਤੇ ਸਾਡੀ ਡਿਊਟੀ ਪੰਜਾਬ ਦੇ ਆਵਾਮ ਨੇ, ਪੰਜਾਬ ਦੀ ਜਨਤਾ ਨੇ ਲਾਈ ਹੈ ਕਿ ਜਿਹੜੇ ਆਪਣੇ ਦੁੱਖ ਦਰਦ ਨੇ, ਉਹ ਜਿਹੜਾ ਨਿਜ਼ਾਮ ਕਾਬਜ ਬੈਠਾ ਹੈ ਸਰਕਾਰ ਦੇ ਉੱਪਰ, ਉਹਦੇ ਤੱਕ ਆਪਾਂ ਆਪਣੇ ਦੁੱਖ ਦਰਦ ਪਹੁੰਚਾਈਏ। ਔਰ ਅੱਜ ਮੇਰਾ ਸਾਥ ਦੇ ਰਹੇ ਨੇ, ਮੇਰੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੋਪੜ ਦੀ ਜਿਹੜੀ ਨੁਮਾਇੰਦਗੀ ਕਰਦੇ ਨੇ ਸਰਦਾਰ ਅਮਰਜੀਤ ਸਿੰਘ ਜੀ ਸੰਦੋਆ ਸਾਹਿਬ, ਔਰ ਉਹਨਾਂ ਦੇ ਨਾਲ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਸਾਹਿਬ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਅਜੀਤ ਦੇ ਵਿੱਚ ਪੱਤਰਕਾਰੀ ਵੀ ਕੀਤੀ, ਔਰ ਫਿਰ ਹਲਕਾ ਮਹਿਲ ਕਲਾਂ ਦੇ ਲੋਕਾਂ ਨੇ ਡਿਊਟੀ ਲਾਈ ਇਹਨਾਂ ਦੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ। ਸੋ MLA ਨੇ ਮਹਿਲ ਕਲਾਂ ਤੋਂ ਸਰਦਾਰ ਕੁਲਵੰਤ ਸਿੰਘ ਪੰਡੋਰੀ ਸਾਹਿਬ, ਸਰਦਾਰ ਮਨਜੀਤ ਸਿੰਘ ਜੀ ਬਿਲਾਸਪੁਰ ਸਾਹਿਬ, ਇਹ ਵੀ ਇਹਨਾਂ ਨੇ ਵੀ ਬਹੁਤ ਦੇਰ ਨਾਮਾ ਨਿਗਾਰੀ ਕੀਤੀ, ਲਗਭਗ 30 ਸਾਲ ਦੇ ਕਰੀਬ ਅਜੀਤ ਦੇ ਵਿੱਚ। ਔਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਸਾਥੀ ਨੇ MLA ਨੇ ਨਿਹਾਲ ਸਿੰਘ ਵਾਲਾ ਤੋਂ ਸਰਦਾਰ ਮਨਜੀਤ ਸਿੰਘ ਜੀ ਬਿਲਾਸਪੁਰ ਸਾਹਿਬ। ਤੋਂ ਅੱਜ ਅਸੀਂ ਚੰਨੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਕਹਾਣੀਆਂ ਸੁਣਾ ਕੇ, ਪੰਜਾਬ ਦੇ ਲੋਕਾਂ ਨੂੰ ਅਲਫ ਲੈਲਾ ਦੇ ਅਧਿਆਏ ਪੜ੍ਹ ਕੇ ਟਾਈਮ ਟਪਾਉਣ ਦੀ ਜਿਹੜੀ ਗੱਲ ਕਰ ਰਹੀ ਅਸੀਂ ਉਹ 'ਤੇ ਕੁਝ ਸਵਾਲ ਖੜੇ ਕਰ ਰਹੇ ਹਾਂ। ਔਰ ਜਿਹੜੇ ਸਵਾਲ ਆ ਉਹ ਸਾਡੇ ਨਹੀਂ ਹਨ, ਉਹ ਕੁਲਤਾਰ ਸਿੰਘ ਦੇ ਨਹੀਂ ਹੈ, ਉਹ ਪੰਜਾਬ ਦੀ ਆਵਾਮ ਦੇ ਸਵਾਲ ਨੇ। ਉਹ ਸਾਡਾ ਜਿਹੜਾ ਨਾਸੂਰ ਬਣ ਚੁੱਕਿਆ ਹੈ, ਜਿਹਦੇ ਕਰਕੇ ਸਾਡੇ ਪੰਜਾਬ ਦੇ ਅੰਦਰ ਕਿੰਨੀ ਦੇਰ ਅਸ਼ਾਂਤੀ ਰਹੀ, ਹੁਣ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਕਿੱਡਾ ਵੱਡਾ ਇਸ਼ੂ ਹੈ ਸਾਡਾ, ਬੇਅਦਬੀ ਦਾ ਇਸ਼ੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ, ਪਵਿੱਤਰ ਗੀਤਾ ਦੀ ਬੇਅਦਬੀ ਹੋਈ, ਮੁਕੱਦਸ ਕੁਰਾਨ ਦੀ ਬੇਅਦਬੀ ਹੋਈ। ਸਰਕਾਰ ਕਿੰਨੀ ਕੁ ਸੀਰੀਅਸ ਹੈ ਉਹਦੇ 'ਤੇ, ਪੰਜਾਬ ਸਰਕਾਰ ਕਿੰਨੀ ਕੁ ਸੀਰੀਅਸ ਹੈ ਉਸੇ। ਉਹ ਜਿਹੜੇ ਅਫਸਰਾਂ ਨੇ ਉਸ ਸਮੇਂ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ, ਬਾਦਲ ਸਰਕਾਰ ਦੇ ਕਹਿਣ ਤੇ, ਜਾਂ ਮੈਂ ਤਾਂ ਕਹੂੰਗਾ ਬਾਦਲ ਪਰਿਵਾਰ ਦੇ ਕਹਿਣ ਤੇ ਇਨਵੈਸਟੀਗੇਸ਼ਨ ਨੂੰ ਡੀਰੇਲ ਕਰਨ ਦਾ ਕੋਸ਼ਿਸ਼ ਕੀਤੀ। ਜਿਹੜੇ ਲੋਕ ਇਨਸਾਫ ਮੰਗਦੇ ਸੀ ਉਹਨਾਂ ਨੂੰ ਹੀ ਇਹਨਾਂ ਕੇਸਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਰੁਪਿੰਦਰ ਤੇ ਜਸਵਿੰਦਰ ਨੂੰ ISI ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਅਗਰ ਹੁਣ ਦੇ DGP ਸਾਹਿਬ ਉਦੋਂ ਆਪਦਾ ਕੰਮ ਸਹੀ ਤਰੀਕੇ ਨਾਲ ਕਰਦੇ ਤਾਂ ਨਾ ਇੰਨਾ ਡਿਲੇ ਹੋਣਾ ਸੀ ਤੇ ਹੁਣ ਤਾਈਂ ਅੰਜਾਮ ਤੇ ਵੀ ਪਹੁੰਚ ਜਾਣਾ ਸੀ। ਔਰ ਜਿਹੜੇ ਅਫਸਰ ਪੋਲੀਟੀਕਲ ਲੋਕਾਂ ਦੇ ਹੱਥ ਠੋਕੇ ਬਣ ਕੇ ਕੰਮ ਕਰਦੇ ਰਹੇ ਆ, ਤੁਸੀਂ ਉਹਨਾਂ ਨੂੰ ਫੇਰ DGP ਲਾਉਣੇ ਹੋ, ਇਹ ਕਿੰਨਾ ਕੁ ਤਰਕਸੰਗਤ ਹੈ। ਉਸ ਤੋਂ ਬਾਅਦ ਸਰਕਾਰ ਦੇ ਬਣੇ ਹੋਏ ਕੇਸ ਨੂੰ ਡਿਫੈਂਡ ਕਰਨਾ ਹੈ ਐਡਵੋਕੇਟ ਜਨਰਲ ਨੇ, ਔਰ ਇਹ ਉਹ ਐਡਵੋਕੇਟ ਜਨਰਲ ਪੰਜਾਬ ਸਰਕਾਰ ਨੇ ਲਾਏ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਇੰਪੋਰਟੈਂਟ ਕੇਸ ਨੇ ਇਹ ਸਾਡੇ, ਭਾਵੇਂ ਬੇਅਦਬੀ ਦਾ ਕੇਸ ਹੋਵੇ, ਭਾਵੇਂ ਬਹਿਬਲ ਕਲਾ ਗੋਲੀ ਕਾਂਡ ਦਾ ਕੇਸ ਹੋ, ਜਿੱਥੇ ਸ਼ਹੀਦ ਗੁਰਜੀਤ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ ਨੇ, ਜਿੱਥੇ ਸੰਗਤ ਨੂੰ ਹੀ ਫੇਰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਦੁਆਰਾ ਫਾਲਸ ਐਵੀਡੈਂਸ ਕ੍ਰੀਏਟ ਕੀਤੇ ਗਏ ਕੋਟਕਪੂਰਾ ਗੋਲੀ ਕਾਂਡ ਦੇ ਵੱਲ ਲਈ। ਔਰ ਉਹਨਾਂ ਫਾਲਸ ਐਵੀਡੈਂਸ ਕ੍ਰੀਏਟ ਕਰਨ ਵਾਲੇ ਅਫਸਰਾਂ ਨੂੰ ਸੁਮੇਧ ਸੈਣੀ ਐਂਡ ਕੰਪਨੀ ਨੂੰ ਪ੍ਰੋਪਰਲੀ ਡਿਫੈਂਡ ਕੀਤਾ, ਜਿਨ੍ਹਾਂ ਨੇ ਸਰਕਾਰ ਦੇ ਪੱਖ ਨੂੰ ਕਮਜ਼ੋਰ ਕੀਤਾ। ਉੱਥੇ ਪਤਾ ਨਹੀਂ ਕਿਸ ਤਰ੍ਹਾਂ ਦੀ ਮੈਨੇਜਮੈਂਟ ਇਹਨਾਂ ਨੇ ਕੀਤੀ ਹੋਏਗੀ, ਔਰ ਉਹਨਾਂ ਨੂੰ ਤੁਸੀਂ ਐਡਵੋਕੇਟ ਜਨਰਲ ਲਾਤਾ। ਸੋ ਇਸ ਤੋਂ ਸਾਡਾ ਦਿਲ ਟੁੱਟਿਆ। ਸਾਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਬੇਅਦਬੀ ਦੇ ਕੋਈ ਹੱਲ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਨਹੀਂ ਤਾਂ 50 ਲੱਖ ਰੁਪਈਆ ਜਿਹੜਾ ਸ਼ਖਸ ਦੇ ਖਾਤੇ 'ਚ ਆਇਆ ਸੀ ਉਹਦੀ ਮਨੀ ਟ੍ਰੇਲ ਹੀ ਕੱਢ ਲੈਂਦੇ, ਕਿਉਂਕਿ ਉਸ ਸ਼ਖਸ ਨੇ ਸਾਡੇ ਸ਼੍ਰੀ ਨਰੇਸ਼ ਯਾਦਵ ਜਿਹੜੇ ਆਨਰੇਬਲ MLA ਨੇ ਦਿੱਲੀ ਦੇ, ਉਹਨਾਂ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦਾ ਝੂਠਾ ਇਲਜ਼ਾਮ ਲਾਇਆ ਸੀ। ਇਹ ਸਰਕਾਰ ਬਿਲਕੁਲ ਸਹਿਮਤ ਨਹੀਂ, ਨਾ ਬਿਲਕੁਲ ਸੀਰੀਅਸ ਨਹੀਂ ਹੈ, ਨਾ ਤਾਂ ਹੁਣ ਵਾਲੀ ਸਰਕਾਰ ਤੇ ਨਾ ਹੀ ਬਾਦਲ ਸਰਕਾਰ। ਸਾਨੂੰ ਤਾਂ ਇਹ ਲੱਗਦਾ ਵੀ ਹਜੇ ਤੱਕ ਵੀ ਬਾਦਲਾਂ ਦੀ ਸਰਕਾਰ ਹੀ ਚੱਲ ਰਹੀ ਹੈ, ਕਿਉਂਕਿ ਉਹਨਾਂ ਦੇ ਕੀਤੇ ਹੋਏ ਕਾਲੇ ਕਾਰਨਾਮਿਆਂ ਤੇ ਕੋਈ ਐਕਸ਼ਨ ਹੀ ਨਹੀਂ ਲੈ ਰਹੇ। ਨੰਬਰ 2, ਸਾਡਾ ਸਭ ਤੋਂ ਵੱਡਾ ਇਸ਼ੂ ਬੇਰੁਜ਼ਗਾਰੀ ਹੈ ਪੰਜਾਬ ਦਾ। ਔਰ ਪੰਜਾਬ ਸਰਕਾਰ, ਕਾਂਗਰਸ ਸਰਕਾਰ ਤਾਂ ਵਾਅਦਾ ਕਰਕੇ ਆਈ ਸੀ ਘਰ ਘਰ ਨੌਕਰੀ ਦੇਣ ਦਾ। 4.5 ਸਾਲ ਚੰਨੀ ਸਾਹਿਬ ਤੁਸੀਂ, ਤੁਹਾਡੀ ਸਰਕਾਰ ਰਹੀ ਕਾਂਗਰਸ ਦੀ,
4.5 ਸਾਲ ਕੀ ਤੁਸੀਂ ਇਸ ਬਾਰੇ ਘਰ ਘਰ ਨੌਕਰੀ ਦੇਣ ਵਾਸਤੇ ਕੰਮ ਕੀਤਾ? ਉਹਦੇ ਵਾਸਤੇ ਕਦੋਂ ਤੁਸੀਂ ਵਾਈਟ ਪੇਪਰ ਜਾਰੀ ਕਰੋਗੇ ਕਿ ਕਿੰਨੇ ਸਾਡੇ ਬੇਰੁਜ਼ਗਾਰ ਹੋਰ ਹੋ ਗਏ ਨੇ, ਕਿੰਨੇ ਰੁਜ਼ਗਾਰ ਬੰਦ ਹੋ ਗਏ ਨੇ? ਤੇ ਫਿਰ ਤੁਸੀਂ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਵੀ ਕੀਤੀ ਸੀ। ਕਿੱਥੇ ਆ ਉਹ 2500 ਰੁਪਏ ਬੇਰੁਜ਼ਗਾਰੀ ਭੱਤਾ? ਤੁਸੀਂ ਕਿਉਂ ਨਹੀਂ ਉਹਦੀ ਗੱਲ ਕਰਦੇ? ਸਾਨੂੰ ਉਹਦਾ ਕੋਈ ਬਲੂਪ੍ਰਿੰਟ ਹੀ ਦਿਖਾ ਦਿਓ, ਕਿਉਂਕਿ ਬੇਰੁਜ਼ਗਾਰੀ ਅੱਜ ਇੰਨੀ ਮਤਲਬ ਬਹੁਤ ਜ਼ਿਆਦਾ ਵਿਕਰਾਲ ਹੋ ਗਿਆ ਇਹ ਬੇਰੁਜ਼ਗਾਰੀ ਦਾ ਜਿਹੜਾ ਸੀਨ ਹੈ ਪੰਜਾਬ ਦੇ ਵਿੱਚ। ਔਰ ਕੋਵਿਡ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਬੇਰੁਜ਼ਗਾਰ ਹੋ ਗਿਆ। ਉਹ ਸਾਡੇ ਬੱਚੇ ਜਿਨ੍ਹਾਂ ਨੇ ਜਾਨ ਤਲੀ ਤੇ ਧਰ ਕੇ ਕੋਵਿਡ ਦੇ ਮਰੀਜ਼ਾਂ ਦੀ ਸੇਵਾ ਕੀਤੀ ਸੀ, ਸਾਲ 2 ਸਾਲ ਉਹਨਾਂ ਤੋਂ ਕੰਮ ਕਰਵਾ ਕੇ ਤੁਸੀਂ ਹੁਣ ਉਹਨਾਂ ਨੂੰ ਨੌਕਰੀਆਂ ਕੱਢਤਾ। ਕੀ ਇਹ ਤੁਹਾਡਾ, ਔਰ ਉਹ ਧਰਨੇ ਤੇ ਬੈਠੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ, ਕੀ ਇਹ ਤੁਹਾਡਾ ਮਾਡਲ, ਘਰ ਘਰ ਰੋਜ਼ਗਾਰ ਦੇਣ ਦਾ ਮਾਡਲ ਇਹ ਹੈ? ਸੋ ਮੈਂ ਚੰਨੀ ਸਾਹਿਬ ਨੂੰ ਕਹਿੰਦਾ ਇਸ ਤੇ ਇੱਕ ਵਾਈਟ ਪੇਪਰ ਮੈਂ ਮੰਗ ਕਰਦਾ ਚੰਨੀ ਸਾਹਿਬ ਤੋਂ, ਆਨਰੇਬਲ ਸੀਐਮ ਨੇ ਸਾਡੇ, ਉਹ ਇਸ ਤੇ ਵੀ ਵਾਈਟ ਪੇਪਰ ਜਾਰੀ ਕਰਨ। ਮਾਫੀਆ ਰਾਜ ਬਾਰੇ ਪੰਜਾਬ ਸਰਕਾਰ ਕੀ ਕਦਮ ਚੱਕ ਰਹੀ ਹੈ, ਚੰਨੀ ਸਰਕਾਰ ਕੀ ਕਦਮ ਚੱਕ ਰਹੀ ਹੈ? ਸ਼ਰਾਬ ਮਾਫੀਆ ਇੱਕ ਐਸਾ ਮਾਫੀਆ ਜਿਹਨੇ ਕਮਾਈ ਕੀਤੀ ਹੈ ਜਦੋਂ ਲੋਕ ਭੁੱਖੇ ਮਰ ਰਹੇ ਸੀ। ਕਿੱਥੇ ਹੈ ਤੁਹਾਡਾ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕੀਤਾ ਹੋਇਆ ਵਾਅਦਾ ਕਿ ਅਸੀਂ ਸਰਕਾਰੀ ਕਾਰਪੋਰੇਸ਼ਨ ਬਣਾਵਾਂਗੇ? ਕਿੱਥੇ ਹੈ ਰੇਤ ਮਾਫੀਆ? ਜਿਸ ਦਿਨ ਸਰਕਾਰ ਬਦਲੀ ਹੈ ਪੰਜਾਬ ਦੇ ਵਿੱਚ, ਜਾਂ ਤਾਂ 17 ਵੇਲੇ ਜਦੋਂ ਸਰਕਾਰ ਬਦਲੀ ਸੀ ਉਦੋਂ ਰਾਤ ਨੂੰ ਬੰਦ ਹੋਏ ਸੀ ਟਿੱਪਰ ਚੱਲਣੇ ਬਾਦਲਾਂ ਦੀਆਂ ਬੱਸਾਂ, ਤੇ ਜਾਂ ਜਿਸ ਦਿਨ ਚੰਨੀ ਸਰਕਾਰ ਨੇ ਸਹੁੰ ਲੈਣੀ ਸੀ ਉਸ ਦਿਨ ਬੰਦ ਹੋਏ ਸੀ। ਲੇਕਿਨ ਉਸ ਤੋਂ ਬਾਅਦ ਹੋਰ ਜ਼ੋਰ ਸ਼ੋਰ ਨਾਲ ਚੱਲ ਪਿਆ ਰੇਤ ਮਾਫੀਆ, ਤੁਹਾਡਾ ਹੋਰ ਜ਼ੋਰ ਸ਼ੋਰ ਨਾਲ ਚੱਲ ਰਿਹਾ, ਔਰ ਰੇਤਾ ਪਹਿਲਾਂ ਨਾਲੋਂ ਵੀ ਮਹਿੰਗਾ ਹੋ ਗਿਆ। ਸੋ ਚੰਨੀ ਸਾਹਿਬ, ਕਿੱਥੇ ਗਈ ਤੁਹਾਡੀ ਜਿਹੜੀ ਮਾਈਨਿੰਗ ਕਾਰਪੋਰੇਸ਼ਨ ਬਣਾਉਣ ਦਾ ਵਾਅਦਾ? ਕਿੱਥੇ ਗਿਆ ਤੁਹਾਡਾ ਲੀਕਰ ਕਾਰਪੋਰੇਸ਼ਨ ਬਣਾਉਣ ਦਾ ਵਾਅਦਾ? ਸਿੱਧੂ ਸਾਹਿਬ, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਇਹ ਵਾਅਦੇ ਪੂਰੇ ਹੋਣੇ ਚਾਹੀਦੇ ਨੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜਿਹੜੀ ਸੰਪੂਰਨ ਕਰਜ਼ਾ ਮਾਫੀ ਦੀ ਤੁਸੀਂ ਗੱਲ ਕੀਤੀ ਸੀ, ਔਰ ਉਹਦੇ ਕਰਕੇ ਕਿਸਾਨਾਂ ਦਾ ਜਿਹੜਾ ਟਰੈਕ ਰਿਕਾਰਡ ਖਰਾਬ ਹੋ ਗਿਆ ਲੋਨ ਦਾ। ਜਿੱਥੇ ਉਹਨਾਂ ਨੂੰ 3% ਸਬਸਿਡਾਈਜ਼ ਲੋਨ ਮਿਲਦਾ ਸੀ, ਉਹਦੇ ਲਈ ਵੀ ਐਲੀਜੀਬਿਲਟੀ ਖਤਮ ਹੋ ਗਈ। ਲੋਕ ਡਿਫਾਲਟਰ ਹੋ ਗਏ। ਤੁਸੀਂ ਕਿਸ ਤਰ੍ਹਾਂ ਸਿਰੇ ਲਾਓਗੇ? ਕਿਹੜੇ ਖੇਤ ਮਜ਼ਦੂਰ ਦੀ ਤੁਸੀਂ ਕਰਜ਼ਾ ਮਾਫੀ ਕੀਤੀ ਹੈ? ਕਿੰਨਿਆਂ ਦੀ ਕੀਤੀ ਹੈ? ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ, ਚੰਨੀ ਸਰਕਾਰ ਤੋਂ, ਕਿ ਤੁਸੀਂ ਇਲੈਕਸ਼ਨ ਮੈਨੀਫੈਸਟੋ ਨਾ ਪੜ੍ਹੀ ਜਾਓ। ਹੁਣ ਹਾਲੇ ਵੀ ਤੁਹਾਡੇ ਕੋਲ ਸਮਾਂ ਹੈ। ਅਰਵਿੰਦ ਕੇਜਰੀਵਾਲ ਜੀ ਨੇ 49 ਦਿਨ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੇ ਕੀਰਤੀਮਾਨ ਸਥਾਪਿਤ ਕਰਤੇ ਸੀ ਕਿ ਦਿੱਲੀ ਦੇ ਲੋਕ, ਉਹਨਾਂ ਦੀ ਜ਼ਿੰਦਗੀ, ਕਰਪਸ਼ਨ ਬਿਲਕੁਲ ਖਤਮ ਹੋ ਗਈ ਸੀ ਦਿੱਲੀ ਦੇ ਵਿੱਚੋਂ। ਸੋ ਤੁਸੀਂ ਵੀ ਮਾਡਲ ਬਣਾ ਸਕਦੇ ਹੋ, ਲੇਕਿਨ ਤੁਹਾਡੀ ਨਾ ਤਾਂ ਤੁਹਾਡੀ ਨੀਅਤ ਹੈ, ਨਾ ਹੀ ਤੁਹਾਡੇ ਕੋਲੇ ਨੀਤੀ ਹੈ। ਅਗਰ ਹੈ ਤਾਂ ਕਿਰਪਾ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੱਸੋ, ਅਸੀਂ ਸਭ ਤੋਂ ਵੱਧ ਸਵਾਗਤ ਕਰਾਂਗੇ ਤੁਹਾਡਾ। ਔਰ ਮੈਂ ਬੇਨਤੀ ਕਰਦਾ, ਜੇ ਤੁਸੀਂ ਨਹੀਂ ਕਰਨਾ ਨਾ ਕਰਜ਼ਾ ਮਾਫੀ, ਸੰਪੂਰਨ ਕਰਜ਼ਾ ਮਾਫੀ, ਸਾਡੇ ਪੰਜਾਬ ਦੇ ਕਿਸਾਨਾਂ ਦੀ ਜਿਹੜੇ ਆਤਮ ਹੱਤਿਆ ਕਰ ਰਹੇ ਆ, ਮੰਡੀਆਂ 'ਚ ਰੁਲ ਰਹੇ ਆ, ਅੱਜ ਵੀ ਫਸਲ ਨਹੀਂ ਵਿਕ ਰਹੀ, ਝੋਨੇ ਦੀ ਫਸਲ ਰੁਲ ਰਹੀ ਹੈ, ਅਗਲੀ ਫਸਲ ਵਾਸਤੇ DAP ਨਹੀਂ ਮਿਲ ਰਹੀ। ਜੇ ਤੁਸੀਂ ਉਹਨਾਂ ਦੀ ਕਰਜ਼ਾ ਮਾਫੀ ਨਹੀਂ ਨਾ ਕਰਨੀ, ਜੇ ਤੁਸੀਂ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਹੀਂ ਕਰਨੀ, ਤਾਂ ਕਮ ਸੇ ਕਮ ਮਾਫੀ ਤਾਂ ਮੰਗ ਲਓ, ਖੁਦ ਤਾਂ ਮਾਫੀ ਮੰਗ ਲਓ ਕਿ ਅਸੀਂ ਤੁਹਾਨੂੰ ਗੁੰਮਰਾਹ ਕੀਤਾ ਸੀ। ਅਸੀਂ ਵੀ ਅਮਿਤ ਸ਼ਾਹ ਵਾਂਗੂ, ਮੋਦੀ ਸਾਹਿਬ ਵਾਂਗੂ ਜੁਮਲੇ ਦਿੱਤੇ ਸੀ, ਔਰ 4.5 ਸਾਲ ਦੇ ਵਿੱਚ ਤੁਸੀਂ ਕਿੰਨਾ ਕੁ ਕਰਜ਼ਾ ਮਾਫ ਕੀਤਾ, ਇਹਦੇ ਲਈ ਵੀ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਦੱਸੋ। ਔਰ ਕਿਹੜੇ ਕਿਹੜੇ ਘਰ ਜਿੱਥੇ 70 ਵਛੇ ਨੇ, ਉਹਨਾਂ ਨੂੰ ਤੁਸੀਂ ਕਿਹੜਾ ਦਾ ਕੋਈ ਫਾਇਦਾ ਕੀਤਾ, ਅੱਗੇ ਤੋਂ ਖੁਦਕੁਸ਼ੀਆਂ ਨਾ ਹੋਣ, ਇਹਦੇ ਲਈ ਤੁਸੀਂ ਕੀ ਕਦਮ ਚੁੱਕੇ ਜਾਨੀ ਸਾਹਿਬ, ਇਹ ਵੀ ਕਾਈਂਡਲੀ ਸਾਨੂੰ ਤੁਸੀਂ ਦੱਸੋ। ਨਸ਼ਾ ਘਰ ਘਰ ਵੜ ਗਿਆ। ਅੱਜ ਹਾਲਾਤ ਇਹ ਨੇ, ਮਾਵਾਂ ਆਪਦੇ ਬੱਚਿਆਂ ਤੋਂ ਆਪਦੇ ਕੰਨ ਬਚਾਉਂਦੀਆਂ। ਮਾਵਾਂ, ਮੈਨੂੰ ਮਿਲ ਕੇ ਕਈ ਮਾਵਾਂ ਨੇ ਕਿਹਾ, ਪਿਓ ਤਾਂ ਹਜੇ ਸਖਤ ਹੋ ਜਾਂਦਾ, ਮਾਂ ਜੇ ਉਹਦਾ ਬੱਚਾ ਡਾਕੂ ਵੀ ਹੋਵੇ ਨਾ ਤਾਂ ਵੀ ਕੋਈ ਸਖਤੀ ਨਹੀਂ ਕਰਦੀ। ਲੇਕਿਨ ਅੱਜ ਹਾਲਾਤ ਇਹ ਹੈ, ਮਾਵਾਂ ਇਹ ਕਹਿੰਦੀਆਂ ਸਾਨੂੰ ਸਾਡੇ ਬੱਚਿਆਂ ਤੋਂ ਬਚਾ ਲਓ। ਮਾਵਾਂ ਇਹ ਕਹਿੰਦੀਆਂ ਸਾਡੇ ਬੱਚਿਆਂ ਨੂੰ ਤੁਸੀਂ ਜੇਲ੍ਹ ਭੇਜ ਦਿਓ। ਮਾਵਾਂ ਇਹ ਕਹਿੰਦੀਆਂ ਆ ਚਿੱਟੇ ਦੀ ਜਿਹੜੀ ਬਿਮਾਰੀ ਲੱਗੀ ਹੈ ਇਹਨੂੰ ਦੂਰ ਕਰੋ। ਔਰ ਤੁਸੀਂ ਹੱਲ ਕੀ ਕਰ ਰਹੇ ਹੋ ਇਹਦਾ? ਤੁਸੀਂ ਜਿਹੜੇ ਅਮਲੀ ਨੇ ਵਿਚਾਰੇ, ਜਿਹੜੇ ਮਰੀਜ਼ ਨੇ,
ਉਹ ਮਰੀਜ਼ ਹੈ। ਜਿਹਨਾਂ ਲੋਕਾਂ ਨੂੰ ਤੁਹਾਡੇ ਵਰਗੇ ਲੋਕਾਂ ਨੇ, ਐਸਟੈਬਲਿਸ਼ ਪੋਲੀਟੀਕਲ ਕਲਾਸ ਨੇ ਇਹ ਬਿਮਾਰੀ ਲਾਤੀ ਹੈ ਚਿੱਟੇ ਦੀ, ਸਿਰਫ ਪੈਸੇ ਦੀ ਖਾਤਰ, ਚੰਦ ਸਿੱਕਿਆਂ ਦੇ ਖਾਤਰ ਤੁਸੀਂ ਉਹਨਾਂ ਨੂੰ ਮਰਨ ਤੇ ਮਜਬੂਰ ਕਰਤਾ। ਤੁਸੀਂ ਉਹਨਾਂ ਦੇ ਪਰਚੇ ਦੇਈ ਜਾਂਦੇ ਹੋ। ਕਰੋੜਾਂ ਦਾ ਘਪਲਾ ਹੋਇਆ, ਜਿਹੜੀ ਉਹ ਤੁਸੀਂ ਗੋਲੀ ਦਿੰਦੇ ਹੋ ਉਹਦੇ ਤੇ ਕੀ ਐਕਸ਼ਨ ਕੀਤਾ ਤੁਸੀਂ? ਤੁਹਾਡਾ ਮੰਤਰੀ ਉਹਦੇ ਵਿੱਚ ਇਨਵੋਲਵਡ ਸੀ, ਬਲਬੀਰ ਸਿੰਘ ਸਿੱਧੂ, ਉਹਦੇ ਤੇ ਕਿਉਂ ਐਕਸ਼ਨ ਨਹੀਂ ਲਿਆ ਤੁਸੀਂ? ਤੁਸੀਂ ਨਸ਼ਾ ਮਾਫੀਆ ਨੂੰ ਖਤਮ ਕਿਉਂ ਨਹੀਂ ਕਰਨਾ ਚਾਹੁੰਦੇ? ਕਿਉਂ ਸਪਲਾਇਰ ਨਹੀਂ ਕੋਈ ਫੜ ਰਹੇ? ਬੰਦ ਲਿਫਾਫਾ ਰਿਪੋਰਟ ਹਜੇ ਤੱਕ ਬੰਦ ਕਿਉਂ ਹੈ? ਪੰਜਾਬ ਸਰਕਾਰ ਨੇ ਬੰਦ ਲਿਫਾਫਾ ਰਿਪੋਰਟ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਹੋਈ, ਉਹਦੇ 'ਚ ਵੱਡੇ ਜਿਹੜੇ ਮਗਰਮੱਛਾਂ ਉਹਨਾਂ ਦੇ ਨਾਂ ਨਸ਼ਰ ਕਰਾਉਣ ਲਈ ਕੋਈ ਕਦਮ ਹੁਣ ਤਾਈਂ ਕਿਉਂ ਨਹੀਂ ਚੁੱਕਿਆ? ਪੰਜਾਬ ਦੇ ਲੋਕ ਤੁਹਾਡਾ ਇਹਦਾ ਜਵਾਬ ਮੰਗਦੇ। ਚੰਨੀ ਸਾਹਿਬ ਇਹ ਜਵਾਬ ਮੰਗਦੇ ਆ। ਔਰ ਤੁਹਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਚਿਹਰਾ ਦਿਖਾ ਕੇ ਤੁਸੀਂ ਇਲੈਕਸ਼ਨ ਲੜਿਆ ਸੀ, 2017 ਦਾ ਇਲੈਕਸ਼ਨ ਜਿੱਤਿਆ ਸੀ, ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਔਰ ਸਹੁੰ ਤੋੜਨੀ ਵੀ ਬੇਅਦਬੀ ਦੇ ਬਰਾਬਰ ਹੈ। ਇਹਦੇ ਲਈ ਵੀ ਕਾਂਗਰਸ ਨੂੰ, ਚੰਨੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ। ਔਰ ਅੱਜ ਜਿੱਥੇ ਤੁਸੀਂ ਪੰਜਾਬ ਦੇ ਲੋਕਾਂ ਦੀ ਤਕਲੀਫਾਂ ਨੂੰ ਘੱਟ ਕਰਨ ਦੀ ਗੱਲ ਤਾਂ ਕਰਦੇ ਹੋ, ਲੇਕਿਨ ਹੋਈ ਕਿਹਦੀ ਹੈ? ਤੁਹਾਡੇ ਮੈਨੀਫੈਸਟੋ ਦੇ ਵਿੱਚ ਸੀ ਕਿ ਜਿਹੜੀ ਪੰਜਾਬ ਨੂੰ ਇੱਕ ਲੀਗਲ ਲੁੱਟ ਜਿਹੜੀ ਤੁਸੀਂ ਬਣਾਈ ਸੀ, ਕਾਨੂੰਨੀ ਤੌਰ ਤੇ ਲੁੱਟਣ ਦਾ ਜਿਹੜਾ ਇੱਕ ਕਵਾਇਦ ਸ਼ੁਰੂ ਕੀਤੀ ਸੀ, ਜਿਹੜੇ ਮੈਂ ਮਾਰੂ ਕਹੂੰਗਾ, ਮਾਰੂ ਬਿਜਲੀ ਸਮਝੌਤੇ ਕੀਤੇ ਸੀ, ਜਿਹੜੇ ਤੁਸੀਂ ਮਾਰੂ ਬਿਜਲੀ ਸਮਝੌਤੇ, ਪੰਜਾਬ ਦੇ ਵਿੱਚ ਤੁਸੀਂ ਕਿੰਨੀਆਂ ਨੌਕਰੀਆਂ ਖਤਮ ਕਰਤੀਆਂ, ਥਰਮਲ ਬੰਦ ਕਰਤੇ, ਅਰਬਾਂ ਰੁਪਈਆਂ ਨਾਲ ਰੈਨੋਵੇਟ ਕੀਤੇ ਹੋਏ ਥਰਮਲ ਜਿਨ੍ਹਾਂ ਦੀ ਅਗਲੇ 10-20 ਸਾਲ ਹੋਰ ਉਮਰ ਸੀ, ਤੁਸੀਂ ਉਹ ਬੰਦ ਕਰਤੇ। ਤੁਸੀਂ ਮਾਰੂ ਬਿਜਲੀ ਸਮਝੌਤਿਆਂ ਨੂੰ ਰੱਦ ਕਿਉਂ ਨਹੀਂ ਕਰ ਰਹੇ? ਇਹਦੇ ਬਾਰੇ ਵੀ ਦੱਸਿਆ ਜਾਵੇ। ਕੀ ਉਹੀ ਹਿਸਾਬ ਕਿਤਾਬ, ਕੀ ਉਹੀ ਸੈਟਿੰਗ ਤੁਹਾਡੀ ਹੋਗੀ ਜਿਹੜੀ ਉਹਨਾਂ ਦੀ ਬਾਦਲ ਸਰਕਾਰ ਵੇਲੇ ਸੀ? ਇਹਦੇ ਬਾਰੇ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਜਵਾਬ ਮੰਗਦੇ ਨੇ। ਚੰਨੀ ਸਾਹਿਬ, ਮੁੱਖ ਮੰਤਰੀ ਸਾਹਿਬ, ਪੰਜਾਬ ਦੇ ਬਹੁਤੇ ਬਜ਼ੁਰਗ, ਮਾਤਾਵਾਂ, ਸਾਡੀਆਂ ਵਿਧਵਾ ਭੈਣਾਂ, ਸਾਡੇ ਅੰਗਹੀਨ ਬੱਚੇ, ਭੈਣ ਭਰਾ, ਉਹ ਹਰ ਮਹੀਨੇ ਤੁਹਾਡੇ ਵੱਲ ਵੇਖਦੇ ਆ, ਪੰਜਾਬ ਸਰਕਾਰ ਵੱਲ ਵੇਖਦੇ ਆ ਕਿ ਇਹਨਾਂ ਨੇ ਇਲੈਕਸ਼ਨ ਦੇ ਸਮੇਂ ਜਿਹੜਾ ਵਾਅਦਾ ਕੀਤਾ ਸੀ ਕਿ 2500 ਰੁਪਇਆ ਪੈਨਸ਼ਨ ਦੇਵਾਂਗੇ, ਅੱਜ ਮਹਿੰਗਾਈ ਇੰਨੀ ਹੋ ਗਈ ਕਿ 2500 ਨਾਲ ਵੀ ਕੁਝ ਨਹੀਂ ਬਣਦਾ। ਉਹ 2500 ਪੈਨਸ਼ਨ ਜਿਹੜੀ ਸਾਡੀਆਂ ਵਿਧਵਾਵਾਂ ਨੂੰ, ਸਾਡੇ ਅੰਗਹੀਨ ਭਰਾਵਾਂ ਨੂੰ, ਸਾਡੀਆਂ ਬਜ਼ੁਰਗ ਮਾਤਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ ਕਦੋਂ ਦਿਓਗੇ? ਇਹਦੇ ਬਾਰੇ ਵੀ ਦੱਸੋ। ਔਰ ਜੇ ਨਹੀਂ ਦਿੱਤੀ ਤੇ ਉਹਨਾਂ ਤੋਂ ਮਾਫੀ ਵੀ ਮੰਗੋ। ਐਸਸੀ ਸਕਾਲਰਸ਼ਿਪ ਜਿਹੜਾ ਘੁਟਾਲਾ ਹੋਇਆ, ਇਹਦੇ ਨਾਲ ਇੱਕ ਜਨਰੇਸ਼ਨ ਦਾ ਨੁਕਸਾਨ ਨਹੀਂ ਹੋਇਆ ਪੰਜਾਬ ਦੇ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਦਾ। ਤੁਸੀਂ ਗਰੀਬ ਬੱਚਿਆਂ ਦਾ ਤਾਂ ਨੁਕਸਾਨ ਕੀਤਾ ਹੀ ਕੀਤਾ, ਜਿਨ੍ਹਾਂ ਦੇ ਵਿੱਚ ਟੈਲੈਂਟ ਸੀ। ਕੋਈ ਕਿਸੇ ਨੇ IAS ਬਣਨਾ ਸੀ, ਕਿਸੇ ਨੇ PCS ਬਣਨਾ ਸੀ, ਕਿਸੇ ਨੇ ਡਾਕਟਰ ਬਣਨਾ ਸੀ, ਕਿਸੇ ਨੇ ਲਾਇਰ ਬਣਨਾ ਸੀ, ਕਿਸੇ ਨੇ ਜੱਜ ਬਣਨਾ ਸੀ। ਤੁਸੀਂ ਉਹਨਾਂ ਦਾ ਵੀ ਭਵਿੱਖ ਮਾਰਿਆ। ਨਾਲ ਦੀ ਨਾਲ ਪੰਜਾਬ ਦੇ ਵਿੱਚ ਚੱਲਦੇ ਜਿਹੜੇ ਕਾਲਜਿਸ ਸੀ, ਤੁਸੀਂ ਉਹਨਾਂ ਦਾ ਵੀ ਦਿਵਾਲਾ ਕੱਢ ਦਿੱਤਾ। ਉਹਨਾਂ ਦੀਆਂ ਲਿਮਟਾਂ ਨਹੀਂ ਵਾਪਸ ਕੀਤੀਆਂ ਜਾਂਦੀਆਂ। ਕਿਉਂ ਨਹੀਂ ਤੁਸੀਂ ਉਸ ਸਕਾਲਰਸ਼ਿਪ ਘੁਟਾਲੇ ਨੂੰ ਅੰਜਾਮ ਦੇਣ ਵਾਲੇ ਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲੇ ਜਿਹੜੇ ਮੰਤਰੀ ਸਾਧੂ ਸਿੰਘ ਤੇ ਕਿਉਂ ਨਹੀਂ, ਸਾਧੂ ਸਿੰਘ ਧਰਮਸੋਤ ਤੇ ਕਿਉਂ ਕਾਰਵਾਈ ਨਹੀਂ ਹੋ ਰਹੀ? ਪੰਜਾਬ ਦੇ ਲੋਕ ਤੁਹਾਨੂੰ ਇਹ ਪੁੱਛਦੇ ਆ ਕਿ ਕੋਈ ਮਹੂਰਤ ਕਢਾਉਣਾ ਹੈ। ਪੌਣੇ 5 ਸਾਲ ਤਾਂ ਹੋ ਗਏ ਚੰਨੀ ਸਾਹਿਬ, ਮੁੱਖ ਮੰਤਰੀ ਸਾਹਿਬ, ਕਦੋਂ ਉਸ ਤੇ ਕਾਰਵਾਈ ਕਰੋਗੇ? ਇਹਦੀ ਵੀ ਮੰਗ ਹੈ। ਇਕੱਲੇ 4 ਅਫਸਰਾਂ ਤੇ ਤੁਸੀਂ ਕਾਰਵਾਈ ਦਾ ਡਰਾਮਾ ਕਰਕੇ, ਅਸੀਂ ਡਰਾਮਾ ਕਹਾਂਗੇ, ਕੋਈ ਕਾਰਵਾਈ ਪ੍ਰੋਪਰ ਪੁਖਤਾ ਨਹੀਂ ਹੋਈ, ਜਦੋਂ ਤੱਕ ਅੰਦਰ ਨਹੀਂ ਜਾਂਦੇ ਔਰ ਉਹਨਾਂ ਤੋਂ ਰਿਕਵਰੀ ਨਹੀਂ ਹੁੰਦੀ, ਜਿੰਨਾ ਨੁਕਸਾਨ ਹੋਇਆ ਸਾਡੇ ਗਰੀਬ ਬੱਚਿਆਂ ਦਾ, ਉਨੀ ਦੇਰ ਤੱਕ ਪੰਜਾਬ ਦੇ ਲੋਕ ਚੁੱਪ ਕਰਕੇ ਬਹਿਣ ਵਾਲੇ ਨਹੀਂ ਹੈ। ਤੁਸੀਂ ਸਰਕਾਰੀ ਕਰਮਚਾਰੀ ਤੇ ਪੈਨਸ਼ਨਾਂ ਨਾਲ ਕਿੱਡੇ ਵੱਡੇ ਧੋਖੇ ਕੀਤੇ। ਉਹਨਾਂ ਦੇ ਬਕਾਏ ਨਹੀਂ ਦਿੱਤੇ, DA ਦੀਆਂ ਕਿਸ਼ਤਾਂ ਨਹੀਂ ਦਿੱਤੀਆਂ। ਇਹ ਕਦੋਂ ਤੱਕ ਹੋ ਜਾਏਗਾ? ਇਹਦਾ ਐਡੇ ਵੱਡਾ ਧੋਖਾ ਕੀਤਾ, ਐਡਾ ਵੱਡਾ ਧਰੋ ਕਮਾਇਆ। ਅੱਜ ਤਾਈਂ ਕਿਸੇ ਵੀ ਸਰਕਾਰ ਨੇ ਐਡਾ ਧਰੋ ਨਹੀਂ ਕਮਾਇਆ ਸੀ ਜਿੰਨਾ ਕਾਂਗਰਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਜਿਹੜਾ ਧਰੋ ਕਮਾਇਆ। ਅੱਜ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇੰਨੀ ਬਦਤਰ ਹੈ ਕਿ ਜਿਹਦਾ ਵੀ ਮਾੜਾ ਮੋਟਾ ਕਾਰੋਬਾਰ ਚੱਲਦਾ ਉਹ ਇਹ ਸੋਚ ਰਿਹਾ ਕਿ ਮੈਂ ਆਪਦਾ ਕਾਰੋਬਾਰ ਇੱਥੋਂ ਸਮੇਟ ਕੇ ਬਾਹਰ ਚਲਾ ਜਾਵਾਂ। ਮੇਰੇ ਕੋਟਕਪੂਰੇ ਦੇ ਵਿੱਚ ਹੀ, ਫਰੀਦਕੋਟ ਦੇ ਵਿੱਚ ਹੀ ਕਿੰਨੇ ਲੋਕਾਂ ਨੂੰ
ਫਰੋਤੀ ਮੰਗਣ ਦੀਆਂ ਕਾਲਸ ਆ ਗਈਆਂ। ਤੁਹਾਡੀ ਲਾਅ ਐਂਡ ਆਰਡਰ ਕਿਉਂ ਠੀਕ ਨਹੀਂ ਕਰ ਰਹੇ? ਇਹਦੇ ਪਿੱਛੇ ਕੀ ਕਾਰਨ ਹੈ ਚੰਨੀ ਸਾਹਿਬ? ਕਿਉਂਕਿ ਵਪਾਰੀ ਤੇ ਕਾਰੋਬਾਰੀ ਪੰਜਾਬ ਦੇ ਵਿੱਚ ਆਉਣਗੇ ਕਿੱਥੋਂ? ਇੱਥੋਂ ਦਾ ਜਿਹੜੇ ਪਹਿਲਾਂ ਹੈਗੇ ਨੇ ਉਹ ਭੱਜਣ ਨੂੰ ਫਿਰਦੇ ਨੇ। ਉਹ ਇਸ ਕਰਕੇ ਕਿਉਂਕਿ ਤੁਸੀਂ ਸਰਕਾਰ ਦੇ ਵਿੱਚ ਸਿਰਫ ਕੁਰਸੀ ਦੀ ਖੇਡ ਖੇਡ ਰਹੇ ਹੋ। ਕਿਹਨੂੰ ਬਣਾਉਣਾ ਹੈ, ਕਿਹਨੂੰ ਲਾਉਣਾ ਹੈ, ਪੰਜਾਬੀਆਂ ਬਾਰੇ ਲਾਅ ਐਂਡ ਆਰਡਰ ਐਸਟੈਬਲਿਸ਼ ਕਰਨ ਬਾਰੇ, ਕੰਮ ਕਿਵੇਂ ਚਲਾਉਣੇ ਆ, ਇਹਦੇ ਬਾਰੇ ਤਾਂ ਕਦੇ ਕੋਈ ਤੁਸੀਂ ਡਿਸਕਸ਼ਨ ਕੀਤੀ ਨਹੀਂ ਚੰਨੀ ਸਾਹਿਬ। ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਟੁੱਟਿਆ। ਔਰ ਚੰਨੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਹ ਬੜੇ ਵੱਡੇ ਮੁੱਦੇ ਨੇ, ਹੋਰ ਵੀ ਬਹੁਤ ਮੁੱਦੇ ਨੇ। ਅੱਜ ਸਾਡੇ ਸਾਹਮਣੇ ਪਰਲ ਦਾ ਮੁੱਦਾ ਉੱਥੇ ਹੀ ਖੜਾ ਹੈ। ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਉੱਥੇ? ਜਦੋਂ ਲੋਧਾ ਕਮਿਸ਼ਨ ਨੇ, ਸੁਪਰੀਮ ਕੋਰਟ ਨੇ ਤੁਹਾਨੂੰ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਕਿ ਉਹ ਜ਼ਮੀਨਾਂ ਡਿਸਪੋਜ਼ ਕੀਤੀਆਂ ਜਾਣ, ਕਿਉਂ ਨਹੀਂ ਕਰ ਰਹੇ ਤੁਸੀਂ? ਸੋ ਇਹਨਾਂ ਸਾਰੇ ਮੁੱਦਿਆਂ ਨੂੰ ਅਗਰ ਤੁਸੀਂ ਹੱਲ ਕਰਨਾ ਚਾਹੁੰਦੇ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਔਰ ਇਹਦਾ ਟਾਈਮ ਬਾਉਂਡ ਹੱਲ ਕਰੋ। ਜੇ ਹੱਲ ਕਰੋਗੇ ਤਾਂ ਪੰਜਾਬ ਦੇ ਲੋਕ ਇਸ ਨੂੰ ਤਸਲੀਮ ਵੀ ਕਰਨਗੇ, ਅਗਰ ਨਹੀਂ ਕਰੋਗੇ ਤਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ। ਔਰ ਕਾਂਗਰਸ ਸੈਸ਼ਨ ਤੋਂ ਕਿਉਂ ਭੱਜ ਰਹੀ ਹੈ? ਪੰਜਾਬ ਸਰਕਾਰ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਹੈ। ਮੌਨਸੂਨ ਸੈਸ਼ਨ ਡਿਊ ਪਿਆ ਔਰ ਇਹਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਹੀ ਕਾਰਗੁਜ਼ਾਰੀ ਤੇ ਸ਼ੱਕ ਹੈ ਕਿ ਉਹਦੇ ਆਪਣੇ ਹੀ ਇਹਨਾਂ ਦੇ ਖਿਲਾਫ ਉੱਥੇ ਕਿਤੇ ਵੋਟਿੰਗ ਨਾ ਕਰ ਦੇਣ। ਸੋ ਪੰਜਾਬ ਸਰਕਾਰ ਨੂੰ ਸਾਰੇ ਕੰਮ ਕਰਾਉਣ ਵਾਸਤੇ, ਟਾਈਮ ਬਾਉਂਡ ਸੋਲੂਸ਼ਨ ਦੇਣ ਵਾਸਤੇ ਤੁਰੰਤ ਮੈਂ ਮੰਗ ਕਰਦਾ ਤੁਹਾਡੇ ਰਾਹੀਂ ਕਿ ਤੁਰੰਤ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਮੌਨਸੂਨ ਸੈਸ਼ਨ ਡਿਊ ਪਿਆ ਉਹਨੂੰ ਬੁਲਾਇਆ ਜਾਵੇ ਔਰ ਜਿੰਨੇ ਸਾਡੇ ਇਸ਼ੂ ਨੇ ਉਹਨਾਂ ਸਾਰਿਆਂ ਨੂੰ ਹੱਲ ਕਰਨ ਲਈ ਟਾਈਮ ਬਾਉਂਡ ਸਾਨੂੰ ਇੱਕ ਰੂਟ ਮੈਪ ਦੱਸਿਆ ਜਾਵੇ। ਕਾਂਗਰਸ ਕਦੇ 5 ਨੁਕਤੇ, ਕਦੇ 18, ਕਦੇ 13, ਪਰ ਕੁਝ ਤਾਂ ਕਰੋ, ਕਿਉਂਕਿ 2022 ਦੇ ਵਿੱਚ ਤਾਂ ਤੁਸੀਂ ਸੱਤਾ ਤੋਂ ਬਾਹਰ ਹੋ ਜਾਣਾ। ਸੋ ਪਿੰਡਾਂ ਵਿੱਚ ਵੜਦੇ ਰਹਿ ਜਾਓ, ਕੋਈ ਇੱਕ ਅੱਧਾ ਕਿਸੇ ਗਰੀਬ ਦਾ ਜੀਵਨ ਸੌਖਾ ਕਰ ਦਿਓ। ਉਹ ਫਰੀਦਕੋਟ ਮੈਡੀਕਲ ਕਾਲਜ ਦੇ ਜਿਹੜਾ ਕੈਂਸਰ ਦੇ ਮਰੀਜ਼ਾਂ ਦਾ ਬਕਾਇਆ ਪਿਆ ਉਹੀ ਦੇ ਦਿਓ। ਜਿਹੜੇ ਬੱਚਿਆਂ ਦੀਆਂ ਨੌਕਰੀਆਂ ਤੁਸੀਂ ਖੋਹ ਲਈਆਂ ਕਰੋਨਾ ਵਾਰੀਅਰ ਦੀਆਂ, ਉਹੀ ਦੇ ਦਿਓ। ਕਿਸੇ ਨੂੰ 2500 ਬੇਰੁਜ਼ਗਾਰੀ ਭੱਤਾ ਹੀ ਦੇ ਦਿਓ, ਕਿਸੇ ਨੂੰ ਬਜ਼ੁਰਗ ਮਾਤਾ ਨੂੰ ਪੈਨਸ਼ਨ ਹੀ ਦੇ ਦਿਓ, ਉਹ ਦਵਾਈ ਲੈ ਲੂ। ਤੁਹਾਡੇ ਹਸਪਤਾਲਾਂ ਦੇ ਵਿੱਚ ਤਾਂ ਦਵਾਈਆਂ ਵੀ ਨਹੀਂ ਮਿਲਦੀਆਂ। ਸੋ ਪੰਜਾਬ ਸਰਕਾਰ ਜੀ ਛੇਤੀ ਤੋਂ ਛੇਤੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਜੀ। ਪਿਛਲੇ ਦਿਨਾਂ ਦੇ ਵਿੱਚ ਜੀ ਇੱਕ ਰਾਜਾ ਵੜਿੰਗ ਵੱਲੋਂ ਵੀ ਚੁੱਕੀ ਗਈ ਸੀ ਟਰਾਂਸਪੋਰਟ ਮਾਫੀਆ ਨੂੰ ਦਿੱਲੀ ਦੇ ਵਿੱਚ ਬੁਲਾਇਆ ਜਾ ਰਿਹਾ। ਪੰਜਾਬ ਦੀਆਂ ਬੱਸਾਂ ਨੂੰ ਆਗਿਆ ਨਹੀਂ ਮਿਲ ਰਹੀ, ਪਰ ਪ੍ਰਾਈਵੇਟ ਬੱਸਾਂ ਉੱਤੇ ਬਹੁਤ ਚੱਲ ਰਹੀਆਂ। ਦੇਖੋ ਜੀ, ਰਾਜਾ ਵੜਿੰਗ ਜੀ ਨੂੰ ਪਹਿਲੀ ਗੱਲ ਤਾਂ ਮੈਂ ਕਹਿਣਾ ਵੀ ਪੰਜਾਬ ਦੇ ਵਿੱਚ ਮਾਫੀਆ ਰਾਜ ਹੈ। ਤੁਸੀਂ ਦਿੱਲੀ 'ਚ ਵਧਾਏ ਜਾਣ ਦੀ ਗੱਲ ਕਰ, ਪੰਜਾਬ ਦੇ ਵਿੱਚ ਮਾਫੀਆ ਰਾਜ ਹੈ। ਤੁਸੀਂ ਜਿਹੜੀਆਂ ਬੱਸਾਂ ਅੱਜ ਫੜੀਆਂ 5 ਸਾਲਾਂ ਬਾਅਦ, ਤੁਹਾਡੇ ਜਿਹੜੇ ਮੰਤਰੀ ਸੀ, ਤੁਹਾਡੇ ਜਿਹੜੇ ਸੰਤਰੀ ਸੀ, ਉਹਨਾਂ ਨੇ ਕਿੰਨਾ ਰੈਵਨਿਊ ਲਾਸ ਕਰਾਇਆ ਪਹਿਲਾਂ ਤੁਸੀਂ ਸਾਨੂੰ ਉਹ ਰਿਕਵਰ ਕਰਾ ਕੇ ਦਿਖਾਓ। ਕੱਲਾ ਟੀਵੀ ਤੇ ਖਬਰ ਚਲਾ ਲਈ, ਫਲਾਨੀ ਬੱਸ ਫੜ ਲਈ, ਫਲਾਨੇ ਨੂੰ ਰਾਉਂਡ ਆਫ ਕਰ ਲਿਆ, ਫਲਾਨੇ ਦੇ ਕਾਗਜ਼ ਚੈੱਕ ਕਰ ਲਿਆ, ਉਹਦੇ ਨਾਲ ਕੁਝ ਨਹੀਂ ਹੋਣਾ। ਜਿਹੜਾ ਤੁਸੀਂ ਪੰਜਾਬ ਦੇ ਵਿੱਚ ਰੈਵਨਿਊ ਲਾਸ ਹੋਇਆ, ਵੜਿੰਗ ਸਾਹਿਬ, ਮਾਨਯੋਗ ਮੰਤਰੀ ਸਾਹਿਬ, ਉਹ ਰਿਕਵਰ ਕਰਾਓ ਔਰ ਮਾਫੀ ਮੰਗੋ ਕਿ ਤੁਹਾਡੇ ਜਿਹੜੇ ਮੰਤਰੀ ਸੀ, ਤੁਹਾਡੇ ਸੰਤਰੀ ਸੀ, ਪੌਣੇ 5 ਸਾਲ ਬਾਦਲਾਂ ਦੀ ਲੁੱਟ ਦੇ ਵਿੱਚ ਸ਼ਾਮਲ ਰਹੇ ਆ, ਟਰਾਂਸਪੋਰਟ ਮਾਫੀਆ ਦੀ ਲੁੱਟ ਦੇ ਵਿੱਚ ਸ਼ਾਮਲ ਰਹੇ। ਮੁਲਾਕਾਤ ਦੀ ਗੱਲ ਕਰ ਰਹੇ ਜੀ, ਕਹਿੰਦੇ ਮੁਲਾਕਾਤ ਕਰਨੀ ਕੇਜਰੀਵਾਲ ਨਾਲ, ਪਰ ਸਮਾਂ ਨਹੀਂ ਮਿਲ ਰਿਹਾ। ਜਦੋਂ ਮਰਜ਼ੀ ਚੱਲਣ, ਮੇਰੇ ਨਾਲ ਚੱਲਣ, ਮੈਂ ਲੈ ਚੱਲਦਾ ਉਹਨਾਂ ਨੂੰ। ਅਸੀਂ ਮਸਾਂ ਲੱਭਿਆ ਅੱਜ ਉਹਨਾਂ ਦਾ ਮੁੱਖ ਮੰਤਰੀ, ਜਿਹੜਾ ਕਹਿੰਦੇ ਸੀ ਆਮ ਲੋਕਾਂ ਦਾ ਮੁੱਖ ਮੰਤਰੀ ਹੈ। ਮਗਰ ਜਾ ਕੇ ਭਾਲ ਕੇ ਫੋਨ ਹੀ ਨਹੀਂ ਚੱਕਦੇ ਸੀ ਸਾਡਾ। ਜਿੰਨੇ ਕੁ ਮੁੱਦੇ ਉਠਾਏ, ਜਿਵੇਂ ਡੀਜੀਪੀ ਦਾ, ਏਜੀ ਦਾ ਵੀ ਉਹਦੇ ਨਾਲ ਇਨਸਾਫ ਨਹੀਂ ਮਿਲਦਾ। ਉਸ ਤੋਂ ਬਾਅਦ ਸ਼ਰਾਬ ਦਾ ਸਰਕਾਰੀਕਰਨ, ਨਿਗਮੀਕਰਨ, ਰੇਤਾ ਦਾ ਨਿਗਮੀਕਰਨ, ਇਹ ਸਾਰੀ ਜਿਹੜੀ ਸ਼ਬਦਾਵਲੀ ਹੈ ਨਵਜੋਤ ਸਿੰਘ ਸਿੱਧੂ ਦੇ ਬੋਲਦਾ ਤੇ ਉਹ ਤਾਂ ਖਾਮੋਸ਼ ਹੋ ਗਿਆ ਹੈ। ਸੁਲਤਾਨ ਸੰਧਵਾ ਹੁਣ ਅੱਜ ਕਿਉਂ ਇਹਨੂੰ ਇੰਨਾ ਹਾਈਲਾਈਟ ਵਾਲੇ ਕਰ, ਕਿਉਂ ਗੱਲਾਂ ਦੇ ਪੁਰਾਣੀਆਂ ਨੇ। ਦੇਖੋ, ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੇ ਭਰਮਾਉਣ ਦੀ ਕੋਸ਼ਿਸ਼ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੁਝ ਨਹੀਂ ਕੀਤਾ, ਹੁਣ ਚੰਨੀ ਸਾਹਿਬ ਕਰਨਗੇ। ਤੇ ਚੰਨੀ ਸਾਹਿਬ ਕੋਲ ਤਾਂ ਘੰਟੇ ਹੀ ਹੈ। ਅਸੀਂ ਚਾਹੁੰਦੇ ਵੀ ਕੋਈ ਮੁੱਦਾ ਛੁੱਟ ਨਾ ਜਾਵੇ, ਇਹ ਮੁੱਦੇ ਉਹਨਾਂ ਨੂੰ ਯਾਦ ਕਰਾਈਏ ਕਿ ਤੁਸੀਂ ਇਹ ਲੋਕਾਂ ਨਾਲ ਵਾਅਦਾ ਕਰਕੇ ਆਏ ਸੀ ਔਰ ਜਿੰਨੀ ਜਲਦੀ ਠੀਕ ਹੋਣਗੇ। ਜੇ ਕਿਸੇ 2-4 ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ ਤੇ ਮਾਵਾਂ ਦੇ ਪੁੱਤਾਂ ਨੂੰ ਜਿਹੜੇ ਚਿੱਟੇ ਤੇ ਲੱਗ ਕੇ ਉਹਨਾਂ ਦੀ ਜਾਨ ਬਚਾ ਲਈਏ, ਉਹ ਚੰਗਾ। ਇਸ ਕਰਕੇ, ਔਰ ਸਾਡੀ ਡਿਊਟੀ ਵੀ ਹੈ
ਵਿਰੋਧੀ ਧਿਰ ਦੀ ਡਿਊਟੀ ਹੈ। ਅਸੀਂ ਪੌਣੇ 5 ਸਾਲ ਲਗਭਗ ਰੋਜ਼ ਇਹਨਾਂ ਮੁੱਦਿਆਂ ਨੂੰ ਚੱਕਿਆ, ਹਰੇਕ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚੱਕਿਆ, ਔਰ ਤੁਸੀਂ ਸਾਡਾ ਸਾਥ ਦਿੱਤਾ, ਇਹਦੇ ਲਈ ਤੁਹਾਡਾ ਧੰਨਵਾਦ ਵੀ ਹੈ। ਪਰ ਕੱਲਾ ਮੁੱਦੇ ਚੁੱਕਣ ਨਾਲ ਦਾ ਹੱਲ ਨਹੀਂ ਨਾ ਹੋਣਾ। ਡਿਊਟੀ ਉਹਨਾਂ ਦੀ ਹੱਲ ਕਰਨ ਵਾਸਤੇ ਲਾਈ ਸੀ, ਉਹਨਾਂ ਨੇ ਹੱਲ ਹੀ ਨਹੀਂ ਕੀਤੇ, ਕਾਂਗਰਸ ਨੇ ਹੱਲ ਹੀ ਨਹੀਂ ਕੀਤੇ। ਸਿੱਧੂ ਸਾਹਿਬ ਵੀ ਗੱਲ ਹੀ ਕਰਕੇ ਬਹਿ ਜਾਂਦੇ ਆ, ਕੁਝ ਕਰਨ ਵੀ ਨਾ, ਕੁਝ ਦਿਖਾਉਣ ਵੀ ਕਰਕੇ। ਕੱਲੀ ਗੱਲ ਕਰਨ ਨਾਲ ਤਾਂ ਹੱਲ ਨਹੀਂ ਹੋਣਾ। ਗੱਲ ਕਰਨਾ ਕੰਮ ਤਾਂ ਵਿਰੋਧੀ ਧਿਰ ਦਾ, ਉਹ ਅਸੀਂ ਕਰ ਰਹੇ ਹਾਂ। ਅਸੀਂ ਇਹਨਾਂ ਦੇ ਨਾਲ ਨਹੀਂ ਰਲੇ ਔਰ ਨਾ ਹੀ ਰਲਣਾ, ਪਰ ਅਸੀਂ ਗੱਲ ਕਰ ਰਹੇ ਹਾਂ। ਹੱਲ ਤਾਂ ਇਹਨਾਂ ਨੇ ਕਰਨਾ, ਔਰ ਇਹ ਹੱਲ ਕਿਉਂ ਨਹੀਂ ਕਰਦੇ ਇਹ ਸੋਚ ਕੇ ਦੁੱਖ ਆਉਂਦਾ। खजाना खाली लगातार रौला पैंदा, खजाना खाली है। सीएम कह रहे हैं कोई खजाना खाली ना सी ते ना है। ਇਹਦਾ ਮਤਲਬ ਪੰਜਾਬ ਦੇ ਲੋਕਾਂ ਨਾਲ ਪਿਛਲੇ 4.5 ਸਾਲਾਂ ਦੇ ਨਾਲ ਗੁੰਮਰਾਹ ਕੀਤਾ ਗਿਆ ਖਜ਼ਾਨਾ ਖਾਲੀ ਦੇ ਨਾਮ ਤੇ। ਮੈਂ ਤਾਂ ਕਹਿੰਦਾ ਵੀ 70 ਸਾਲ ਹੀ ਗੁੰਮਰਾਹ ਕੀਤਾ ਗਿਆ। ਜਦੋਂ ਇਲੈਕਸ਼ਨ ਆਉਂਦੇ ਉਦੋਂ ਖਜ਼ਾਨਾ ਭਰਦਾ, ਜਦੋਂ ਇਲੈਕਸ਼ਨ ਲੰਘ ਜਾਂਦਾ ਉਦੋਂ ਖਿਲਾਫ, ਜਦੋਂ ਲੋਕਾਂ ਨੂੰ ਦੇਣਾ ਹੁੰਦਾ ਕੁਝ ਉਦੋਂ, ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਉਦੋਂ ਖਜ਼ਾਨਾ ਭਰ ਜਾਂਦਾ। ਸੋ ਇਹ ਧੋਖਾ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ। ਹੁਣ ਵੀ ਧੋਖਾ ਕਰ ਰਹੇ ਆ, ਹੁਣ ਵੀ ਅਨਾਉਂਸਮੈਂਟਾਂ ਹੀ ਕਰ ਰਹੇ ਆ। ਗਰਾਊਂਡ ਤੇ ਕੀ ਹੋਣਾ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਬੇਅਦਬੀ ਕਾਂਡ ਬਾਰੇ ਕੈਪਟਨ ਸਰਕਾਰ ਤੇ ਹੀ ਦੋਸ਼ ਲਾਉਂਦੇ ਕਿ ਬਾਦਲ ਨਾਲ ਰਲੇ ਆ, ਜਿਹਦੇ ਕਰਕੇ ਦੋਸ਼ੀਆਂ ਨੂੰ ਨਹੀਂ ਫੜਦੇ। ਹੁਣ ਚਰਨਜੀਤ ਚੰਨੀ ਹੋਣਾ ਤੋਂ ਤੁਹਾਡਾ ਐਲੀਗੇਸ਼ਨ ਹੈ ਕਿ ਡੀਜੀਪੀ ਵੀ ਉਹੀ ਲਾਤਾ, ਏਜੀ ਵੀ ਉਹੀ ਲਾਤਾ ਜਿਹੜਾ ਦੋਸ਼ੀਆਂ ਨੂੰ ਪ੍ਰੋਟੈਕਟ ਕਰਦਾ ਰਿਹਾ। ਕਿ ਚੰਨੀ ਸਾਹਿਬ ਵੀ ਬਾਦਲਾਂ ਨਾਲ ਲੜਦੇ? ਜੇ ਡੀਜੀਪੀ ਇਹੀ ਰਹਿੰਦਾ, ਐਡਵੋਕੇਟ ਜਨਰਲ ਇਹੀ ਰਹਿੰਦਾ, ਤਾਂ ਬਿਲਕੁਲ ਪੰਜਾਬ ਦੇ ਲੋਕ ਇਹ ਸਮਝਣਗੇ ਕਿ ਇਹ ਵੀ ਉਸੇ ਰਾਹ ਹੀ ਤੁਰ ਪਏ ਆ। ਪੰਜਾਬ ਨੂੰ ਬਰਬਾਦ ਕਰਨ ਵਾਲੇ ਬਾਦਲ ਪਰਿਵਾਰ ਦੇ ਨਾਲ ਇਹ ਵੀ ਰੁਲ ਗਏ। यूपी इलेक्शन को लेके जी सिंघू बोर्ड हत्याकांड को लेकर आप क्या कहना चाहेंगे, जिसमें निगम सिंघू के द्वारा एक दलित की हत्या कर दी गई? देखिए, पहली बात तो ये है जिसकी हत्या की गई वो निहंग सिंह बाणे में था और निहंग सिंह द्वारा हुई है। और सिख धर्म में जो जिसको आप दलित बोलते हैं उसको सबके बराबर पेडिस्टल पर बिठाया जाता है। सिख धर्म में कोई दलित नहीं होता, कोई स्वर्ण नहीं, सभी बराबर। लेकिन मुद्दा बनाया जा रहा है राजनीतिक पार्टियों के द्वारा। राजनीतिक पार्टी जो बीजेपी है, बीजेपी का तो सिस्टम ही ये है कि कोई भी जब जनतक मांग उठती है, चाहे संविधान को बचाने की बात हो, देश को बचाने की बात हो, किसी कारोबार की बचाने की बात हो, पर्यावरण को बचाने की बात हो, तो उसको ये या तो पाकिस्तान से जोड़ देते हैं या किसी धर्म विशेष से जोड़ देते हैं और उस आंदोलन को तोड़ने की कोशिश करते हैं। आज कुछ फोटोग्राफी दिखाई दी हैं जिसमें कुछ लोग जिनका रोल पंजाब में और देश में ठीक नहीं रहा, उनकी फोटोग्राफी उनके साथ शामिल हुई है। मुझे लगता है ये बहुत बड़ी साजिश बीजेपी द्वारा की जा रही है। इसको सुप्रीम कोर्ट का अगर कोई सिटिंग जज इसकी इंक्वायरी करे तो हमें बहुत से इससे क्लू निकल सकते हैं। हो सकता है जो बीजेपी और अकाली दल की सरकार के समय में जो पंजाब में आग लगाने की कोशिश की गई थी, पंजाब के लोगों को मरवाने की कोशिश की गई थी, मुकद्दस कुरान की बेअदबी की गई थी, पवित्र गीता की बेअदबी की गई थी, श्री गुरु ग्रंथ साहब महाराज जी की बेअदबी की गई थी, उसके पीछे भी कोई ना कोई बड़ा चाल हो, क्योंकि उस समय भी किसान आंदोलन पंजाब में जोर पकड़ रहा था। यूपी इलेक्शन ਦੇ ਵਿੱਚ ਜੀ ਕਾਂਗਰਸ ਨੇ ਕਿਹਾ ਕਿ 40% ਸੀਟਾਂ ਜਿਹੜੀਆਂ ਅਸੀਂ ਮਹਿਲਾਵਾਂ ਨੂੰ ਦੇਵਾਂਗੇ। ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਦੇਖੋ ਜੀ, ਕਾਂਗਰਸ ਦੀ ਉਹਦਾ ਪਾਰਟੀ ਦੀ ਮਰਜ਼ੀ ਹੈ ਤੇ ਭਾਵੇਂ ਉਹ 100% ਦੇ ਦੇਣ। ਸੋ ਇਹ ਤਾਂ ਜਿੱਤਣ ਵਾਲੇ ਚਾਹੀਦੇ ਨੇ, ਔਰ ਸਾਡੀਆਂ ਮਹਿਲਾਵਾਂ ਕਿਹੜਾ ਘੱਟ ਨੇ। ਅਸੀਂ ਤਾਂ ਮਾਈ ਭਾਗੋ ਨੂੰ ਹੁਣ ਤਾਂ ਹੀ ਯਾਦ ਕਰਦੇ ਹਾਂ। ਸੋ ਉਹ ਪਾਰਟੀ ਦਾ ਆਪਦਾ ਇੰਟਰਨਲ ਉਹਨਾਂ ਦਾ ਇਸ਼ੂ ਹੈ। ਆਪ ਕੋਈ ਸਵਾਲ ਕਰ ਸਕਦੇ ਹੋ? ਦੇਖੋ ਜੀ, ਅਸੀਂ ਜਿੰਨਾ ਮਹਿਲਾਵਾਂ ਨੂੰ ਤਕੜੇ ਕੀਤਾ, ਸੌਖੇ ਕੀਤਾ, ਸੱਸਾਂ ਦੇ ਕੋਈ ਪੈਰੀਂ ਹੱਥ ਨਹੀਂ ਲਾਉਂਦਾ ਸੀ, ਨੂੰਹਾਂ ਨਾਲ ਲੜ ਪੈਂਦੀਆਂ ਸੀਗੀਆਂ। ਹੁਣ ਨੂੰਹਾਂ ਵੀ ਪੈਰੀਂ ਹੱਥ ਲਾਉਣ ਲੱਗਦੀਆਂ ਜਦੋਂ 2500 ਰੁਪਏ ਹਰ ਮਹੀਨੇ ਜਾ ਵੜਦਾ ਦਿੱਲੀ ਦੇ ਵਿੱਚ, ਤੇ ਪੋਤੇ ਪੋਤੀਆਂ ਵੀ ਆਲੇ ਦੁਆਲੇ ਗੇੜੇ ਕੱਢਦੇ ਨੇ ਵੀ ਦਾਦੀ ਕੋਲ ਕੁਛ ਮਿਲੂਗਾ। ਸੋ ਆਮ ਆਦਮੀ ਪਾਰਟੀ ਨੇ ਘਰਾਂ ਨੂੰ ਤਕੜੇ ਕੀਤਾ, ਆਮ ਲੋਕਾਂ ਨੂੰ ਤਕੜੇ ਕੀਤਾ, ਔਰ ਸਾਡੇ ਉੱਥੇ MLA ਵੀ ਕਾਫੀ ਬੀਬੀਆਂ ਹੈਗੀਆਂ, ਔਰ ਪੰਜਾਬ ਦੇ ਵਿੱਚ ਵੀ ਅਸੀਂ ਸਾਡੀਆਂ ਜਿਹੜੀਆਂ ਭੈਣਾਂ ਉਹਨਾਂ ਨੂੰ ਅਸੀਂ ਅੱਗੇ ਲਿਆ ਰਹੇ, ਰਾਜਨੀਤੀ ਦੇ ਵਿੱਚ ਅੱਗੇ ਲਿਆ ਰਹੇ। ਹਾਂ, ਇੱਕ ਹੋਰ ਮੈਂ ਤੁਹਾਡੇ ਨਾਲ ਇੰਟਰੋਡਿਊਸ ਕਰਾਉਣਾ ਚਾਹੁੰਦਾ ਕਿ ਇਹ ਪਰਲ ਪੀੜਤ ਜਿਹੜਾ ਗਰੁੱਪ ਨੇ, ਇਹ ਉਹਨਾਂ ਦੀ ਲੜਾਈ ਲੜਦੇ ਆ ਰਹੇ ਲੰਮੇ ਸਮੇਂ ਤੋਂ। ਇਹਨਾਂ ਨੇ ਨਾਂ ਦੱਸੋ ਜੀ ਆਪਦਾ, ਸਰ ਦੱਸੋ ਜੀ, ਥੋੜਾ ਉੱਚੀ ਬੋਲੋ ਜੀ, ਨਾਂ ਬੋਲ ਦਿਓ ਜੀ। ਮੇਰਾ ਨਾਮ ਹੁਸੈਨ ਕਾਮਲ, ਰਾਜਿੰਦਰ ਸਿੰਘ ਭਵਾਨੀਗੜ੍ਹੀ, ਅਮਨਦੀਪ ਸਿੰਘ ਭੋਤਨਾ, ਗੁਰਵੰਤ ਸਿੰਘ ਭਾਈ ਰੂਪਾ, ਸੁਖਪਾਲ ਸਿੰਘ ਅਲੀ ਸ਼ੇਰ, ਅੰਦਰੋਂ ਮਾਨਸਾ, ਅੰਦਰੋਂ
ਪਰਮਜੀਤ ਸਿੰਘ ਜੀ ਸਰੂਰ ਡਿਸਟ੍ਰਿਕਟ। ਕਰਮਜੀਤ ਸਿੰਘ ਦਾਦੜਾ ਬਰਨਾਲਾ ਜੀ। ਮਨਦੀਪ ਸਿੰਘ ਟੋਕਰੀ ਮੋਗਾ। ਸੋ ਇਹਨਾਂ ਦਾ ਇੱਕ ਡੈਲੀਗੇਸ਼ਨ ਆਮ ਆਦਮੀ ਪਾਰਟੀ ਨੂੰ ਅੱਜ ਮਿਲਿਆ। ਅਸੀਂ ਪਹਿਲਾਂ ਵੀ ਇਹ ਇਸ਼ੂ ਚੱਕਿਆ ਸੀ, ਲੇਕਿਨ ਉਦੋਂ ਸਵਾਲ ਇਹ ਆਇਆ ਸੀ ਵੀ ਤੁਹਾਡੇ ਕੋਲੇ ਕੋਈ ਪੀੜਤ ਨੇ ਕਿਸੇ ਨੇ ਅਪਰੋਚ ਕੀਤਾ, ਤਾਂ ਇਹਨਾਂ ਨੇ ਉਹ ਸਾਰੇ ਨੂੰ ਜਿਹੜੇ ਜਿੰਨੇ ਵੀ ਪੀੜਤ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸੰਗਠਿਤ ਕਰਨ ਦਾ ਇਹ ਕੋਸ਼ਿਸ਼ ਕਰ ਰਹੇ ਨੇ ਔਰ ਇਹਨਾਂ ਨੇ ਲਗਭਗ ਕਰ ਲਿਆ। ਔਰ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਮੋਢੇ ਦੇ ਮੋਢਾ ਨਾਲ ਲਾ